मतलब कि मेरा शौक ਸੀ ਕਲਰਕ ਬਣ ਜਾਵਾਂ ਤੇ ਮੈਂ ਪੜ੍ਹਾਈ ਕਰਨਾ ਚਾਹੁੰਦਾ ਸੀ ਤੇ ਫਿਰ 2001 ਵਿੱਚ ਪਾਪਾ ਐਕਸਪਾਇਰ ਹੋ ਗਏ ਤੇ ਉਸ ਤੋਂ ਬਾਅਦ ਫਿਰ ਮੰਮੀ ਨੇ ਘਰ ਸੰਭਾਲਿਆ ਫਿਰ ਮੇਰੇ ਨੇ ਤੇ ਪੜ੍ਹਾਈ ਮੈਂ ਛੱਡ ਚੁੱਕਾ ਸੀਗਾ ਉਸ ਤੋਂ ਬਾਅਦ ਇੱਥੇ ਹੀ ਮੈਂ ਮਤਲਬ ਕਿ ਜਾਣਾ ਸੀਗਾ ਤੇ ਉਹ ਕਹਿੰਦੇ ਸੀ ਨਹੀਂ ਤੁਹਾਨੂੰ ਨਹੀਂ ਕੰਮ ਦੇ ਸਕਦੇ ਕਾਫੀ ਤੁਹਾਨੂੰ ਪ੍ਰੋਬਲਮ ਆ ਤੁਸੀਂ ਕੀ ਕਰੋਗੇ ਉਸ ਵਕਤ ਮੇਰੇ ਕੋਲ ਵੀਲ ਚੇਅਰ ਨਹੀਂ ਹੁੰਦੀ ਸੀਗੀ ਤੇ ਉਹ ਕਹਿੰਦੇ ਨਹੀਂ ਤੁਹਾਡੇ ਲਈ ਕੋਈ ਕੰਮ ਨਹੀਂ ਮਤਲਬ ਕਿ ਤਰਸਰੀ ਭਾਵਨਾ ਨਾਲ ਜ਼ਿਆਦਾ ਦੇਖ ਦਿੰਦੇ ਸੀਗੇ ਮੈਨੂੰ ਤੇ ਮੈਂ ਟਰਾਈਸਾਈਕਲ ਲੈਣ ਚਲਾ ਗਿਆ ਉੱਥੇ ਮੇਰੇ ਕੁਝ ਫਰੈਂਡ ਵੀ ਸੀਗੇ ਜਿਨ੍ਹਾਂ ਨੂੰ ਕਾਫੀ ਦੇਰ ਬਾਅਦ ਮਿਲਿਆ ਸੀਗਾ ਮੈਂ ਤੇ ਉਹ ਕਹਿੰਦੇ ਫਿਰ ਤੂੰ ਪੰਜਾਬ ਦੀ ਟੀਮ ਕਿਉਂ ਨਹੀਂ ਜੁਆਇਨ ਕਰਦਾ ਉਸ ਵਕਤ ਮੈਂ ਫਸਟ ਟਾਈਮ ਸੁਣਿਆ ਸੀ ਉਹਨਾਂ ਕੋਲ ਕਿ ਵੀਲ ਚੇਅਰ ਕ੍ਰਿਕਟ ਵੀ ਹੁੰਦਾ ਵਾ ਤੇ ਫਸਟ ਟਾਈਮ ਫਿਰ ਮੈਂ ਮਤਲਬ ਕਿ ਲੁਧਿਆਣੇ ਵਿੱਚ ਹੀ ਟਰਾਇਲ ਦਿੱਤਾ ਸੀਗਾ ਤੇ ਉੱਥੋਂ ਮੇਰੀ ਸਿਲੈਕਸ਼ਨ ਹੋ ਗਈ ਸੀ ਪੰਜਾਬ ਟੀਮ 'ਚ बचपन तो ही होया सी 8 महीने बाद हो गया ਸੀ ਮੈਨੂੰ पोलियो अटैक हो गया ਸੀ बर्थ की मेरे 11 महीने बाद फीवर में ही मुझे ना उन्होंने इंजेक्शन लगा दिया, ग्लूकोज चढ़ा दिया, जिसके करके मेरा आधा शरीर डैमेज हो गया। मैं खड़े हो चल नहीं पा रही ठीक से। जहाँ बताया मालिश वगैरह होती है वहाँ कराई, उससे मैं स्टैंडिंग होकर चलने लगी 10-11 साल बाद। कि 2017 में मेरा एक्सीडेंट हुआ, वो मैं बैसाखी से चलते हुए ही गिर गई। ਮੈਨੂੰ ਇਦਾਂ ਨਹੀਂ ਪਤਾ ਸੀਗਾ ਵੀ ਮੇਰੇ ਜਿਹੜੇ ਲਾਈਫ ਪਾਰਟਨਰ ਉਹ ਪਹਿਲੇ ਹੀ ਮਤਲਬ ਕਿ ਇਸ ਗੇਮ ਦੇ ਵਿੱਚ ਆ ਤੇ 2019 ਸਟਾਰਟਿੰਗ ਮਤਲਬ ਕਿ ਅਕਤੂਬਰ ਦੇ ਵਿੱਚ ਮੈਂ ਇਹਨਾਂ ਨੂੰ ਫਰੈਂਡ ਰਿਕੁਐਸਟ ਸੈਂਡ ਕੀਤੀ ਸੀਗੀ ਹਾਂਜੀ ਤੇ ਇਹਨਾਂ ਨੇ 4 ਦਿਨ ਬਾਅਦ ਐਕਸੈਪਟ ਕੀਤੀ ਕਹਿੰਦੇ ਨੇ ਕੁਝ ਪਾਉਣ ਤੇ ਕੁਝ ਕਰਨ ਦਾ ਜਨੂਨ ਹੋਵੇ ਤਾਂ ਇਨਸਾਨ ਹਰ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ ਉਹ ਮੁਕਾਮ ਹਾਸਲ ਕਰ ਹੀ ਲੈਂਦਾ ਹੈ। ਕੁਝ ਇਹੋ ਜਿਹੀ ਮਿਸਾਲ ਪੇਸ਼ ਕਰ ਰਿਹਾ ਇੱਕ ਕਪਲ, ਜੀ ਹਾਂ, ਜਿਸ ਨੇ ਬਚਪਨ ਤੋਂ ਹੀ ਬੜੀ ਮੁਸ਼ਕਲਾਂ ਦੇਖੀਆਂ ਵੀ ਨੇ, ਸਭ ਕੁਝ ਦੇਖਿਆ, ਪਰ ਉਸ ਦੇ ਬਾਵਜੂਦ ਉਹਨਾਂ ਨੇ ਹਾਰ ਨਹੀਂ ਮੰਨੀ ਕਿਉਂਕਿ ਉਹਨਾਂ ਦੇ ਜਿਹੜੇ ਉਹ ਜਜ਼ਬੇ ਤੋਂ, ਉਹ ਜੋਸ਼ ਤੋਂ ਜਿਹੜੇ ਆ ਭਰਪੂਰ ਨਜ਼ਰ ਆਏ। ਅੱਜ ਅਸੀਂ ਤੁਹਾਨੂੰ ਉਸੇ ਕਪਲ ਤੋਂ ਮਿਲਵਾਉਣ ਜਾ ਰਹੇ। ਸਿਰਫ ਉਹਨਾਂ ਦੀ ਕਹਾਣੀ ਇੱਥੇ ਤੱਕ ਹੀ ਨਹੀਂ ਹੈ, ਇਹ ਕਹਾਣੀ ਜਿਹੜੀ ਹਲੇ ਅੱਗੇ ਵੀ ਚੱਲੇਗੀ। ਕਿਸ ਤਰੀਕੇ ਨਾਲ ਪਹਿਲਾਂ ਤਾਂ ਜੋ ਉਹਨਾਂ ਨੇ ਬਚਪਨ ਦੇ ਵਿੱਚ ਮੁਸ਼ਕਲਾਂ ਦੇਖੀਆਂ, ਜੋ ਹਰਡਲ ਸਨ, ਉਸ ਤੋਂ ਬਾਅਦ ਉਹ ਕਪਲ ਕਿਵੇਂ ਮਿਲਿਆ ਹੈ, ਕਿਉਂਕਿ ਉਹ ਮਿਲਣ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੇ ਬੜਾ ਸਟਰਗਲ ਕੀਤਾ ਹੈ ਕਿਉਂਕਿ ਦੋਨੋਂ ਜਿਹੜੇ ਨੇ ਅਲੱਗ-ਅਲੱਗ ਧਰਮ ਤੋਂ ਵੀ ਬਿਲੋਂਗ ਕਰਦੇ ਨੇ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਅਸ਼ਵਨੀ ਜੀ ਤੇ ਸ਼ਬਾਨਾ ਜੀ। ਸਰ, ਸ਼ੁਰੂਆਤ ਕੀਤੀ ਜਾਵੇ ਤੁਹਾਡੇ ਇਸ ਸਫ਼ਰ ਦੀ, ਕਿਵੇਂ ਮਤਲਬ ਜਦ ਆਪਾਂ ਗੱਲ ਕਰਦੇ ਹਾਂ ਕਿ ਮਤਲਬ ਤੁਹਾਨੂੰ ਬਚਪਨ ਤੋਂ ਜਿਹੜਾ ਪੋਲੀਓ ਹੋ ਗਿਆ ਸੀ, ਕਿਵੇਂ ਮਤਲਬ ਉਸ ਤੋਂ ਬਾਅਦ ਕਿਵੇਂ ਇਹ ਸੁਪਨਾ ਦੇਖਿਆ ਸੀ ਕਿ ਮੈਂ ਇਹ ਅਚੀਵ ਕਰਨਾ? ਮੈਮ ਐਕਚੁਅਲੀ ਮੈਂ ਪੜ੍ਹਾਈ ਕਰਕੇ ਕੁਛ ਮਤਲਬ ਕਿ ਅਲੱਗ ਸਾ ਕਰਨਾ ਮਤਲਬ ਕਿ ਮੇਰਾ ਸ਼ੌਂਕ ਸੀ ਕਲਰਕ ਬਣ ਜਾਵਾਂ ਤੇ ਮੈਂ ਪੜ੍ਹਾਈ ਕਰਨਾ ਚਾਹੁੰਦਾ ਸੀ ਤੇ ਫਿਰ 2001 ਵਿੱਚ ਪਾਪਾ ਐਕਸਪਾਇਰ ਹੋ ਗਏ ਤੇ ਉਸ ਤੋਂ ਬਾਅਦ ਫਿਰ ਮੰਮੀ ਨੇ ਘਰ ਸੰਭਾਲਿਆ ਫਿਰ ਮੇਰੇ ਨੇ ਤੇ ਪੜ੍ਹਾਈ ਮੈਂ ਛੱਡ ਚੁੱਕਾ ਸੀਗਾ ਉਸ ਤੋਂ ਬਾਅਦ ਤੇ ਫਿਰ ਉਸ ਤੋਂ ਬਾਅਦ ਮੈਂ ਫਿਰ ਮੰਮੀ ਬਿਮਾਰ ਆ ਲੱਗੇ ਮੇਰੇ, ਫਿਰ ਸੋਚਿਆ ਵੀ ਖੁਦ ਹੀ ਕੁਝ ਕਰਿਆ ਜਾਵੇ ਤੇ ਜਿੱਥੇ ਮੈਂ ਮਤਲਬ ਕਿ ਜਾਣਾ ਸੀਗਾ ਤੇ ਉਹ ਕਹਿੰਦੇ ਸੀ ਨਹੀਂ ਤੁਹਾਨੂੰ ਨਹੀਂ ਕੰਮ ਦੇ ਸਕਦੇ, ਕਾਫੀ ਤੁਹਾਨੂੰ ਪ੍ਰੋਬਲਮ ਆ, ਤੁਸੀਂ ਕੀ ਕਰੋਗੇ। ਉਸ ਵਕਤ ਮੇਰੇ ਕੋਲ ਵੀਲ ਚੇਅਰ ਨਹੀਂ ਹੁੰਦੀ ਸੀਗੀ, ਮਤਲਬ ਕਿ ਅਸੀਂ ਹੱਥਾਰੇ ਬਲ ਮੈਂ ਤੁਰ ਕੇ ਜਾਂਦਾ ਹੁੰਦਾ ਸੀਗਾ ਤੇ ਉਹ ਕਹਿੰਦੇ ਨਹੀਂ ਤੁਹਾਡੇ ਲਈ ਕੋਈ ਕੰਮ ਨਹੀਂ, ਮਤਲਬ ਕਿ ਤਰਸਰੀ ਭਾਵਨਾ ਨਾਲ ਜ਼ਿਆਦਾ ਦੇਖ ਦਿੰਦੇ ਸੀਗੇ ਮੈਨੂੰ। ਉਸ ਤੋਂ ਬਾਅਦ ਫਿਰ ਮੈਂ ਟਰਾਈਸਾਈਕਲ ਲੈਣਾ ਸੀ ਇੱਕ ਵਾਰੀ ਮੈਂ ਤੇ ਮੈਂ ਟਰਾਈਸਾਈਕਲ ਲੈਣ ਚਲਾ ਗਿਆ ਉੱਥੇ ਮੇਰੇ ਕੁਝ ਫਰੈਂਡ ਵੀ ਸੀਗੇ ਜਿਨ੍ਹਾਂ ਨੂੰ ਕਾਫੀ ਦੇਰ ਬਾਅਦ ਮਿਲਿਆ ਸੀਗਾ ਮੈਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੁਣ ਕੀ ਕਰਦਾ ਵਾ? ਮੈਂ ਕਿਹਾ ਮੈਂ ਤਾਂ ਕੁਛ ਨਹੀਂ ਕਰ ਰਿਹਾ, ਫਿਲਹਾਲ ਮੈਂ ਵਿਹਲਾ ਵਾਂ। ਤੇ ਕਹਿੰਦੇ ਫਿਰ ਤੂੰ ਪੰਜਾਬ ਦੀ ਟੀਮ ਕਿਉਂ ਨਹੀਂ ਜੁਆਇਨ ਕਰਦਾ? ਉਸ ਵਕਤ ਮੈਂ ਫਸਟ ਟਾਈਮ ਸੁਣਿਆ ਸੀ ਉਹਨਾਂ ਕੋਲ ਕਿ ਵੀਲ ਚੇਅਰ ਕ੍ਰਿਕਟ ਵੀ ਹੁੰਦਾ ਵਾ। ਮੇਰਾ ਫਰੈਂਡ ਆ ਬਹੁਤ ਅੱਛਾ ਦਲੀਪ ਗੁਪਤਾ, ਉਸਨੇ ਮੈਨੂੰ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਕਿਹਾ ਠੀਕ ਆ ਮੇਰੀ ਕਰਾ ਦਿਓ ਸਿਲੈਕਸ਼ਨ। ਕਹਿੰਦੇ ਟਰਾਇਲ ਦੇਣਾ ਪਊਗਾ। ਮੈਂ ਕੋਈ ਗੱਲ ਨਹੀਂ ਟਰਾਇਲ ਦੇ ਦੂੰਗੇ ਤੇ ਫਸਟ ਟਾਈਮ ਫਿਰ ਮੈਂ ਮਤਲਬ ਕਿ ਲੁਧਿਆਣੇ ਵਿੱਚ ਹੀ ਟਰਾਇਲ ਦਿੱਤਾ ਸੀਗਾ ਤੇ ਉੱਥੋਂ ਮੇਰੀ ਸਿਲੈਕਸ਼ਨ ਹੋ ਗਈ ਸੀ ਪੰਜਾਬ ਟੀਮ 'ਚ। ਤੇ ਇਸ ਤੋਂ ਪਹਿਲਾਂ ਮਤਲਬ ਜਦ ਪੋਲੀਓ ਦੀ ਗੱਲ ਹੁੰਦੀ ਬਚਪਨ ਤੋਂ ਹੀ ਹੋਇਆ ਸੀ? 8 ਮਹੀਨੇ ਬਾਅਦ ਹੋ ਗਿਆ ਸੀ ਮੈਨੂੰ पोलियो ਅਟੈਕ ਹੋ ਗਿਆ ਸੀਗਾ ਹਾਂਜੀ। ਮੈਮ, ਤੁਹਾਨੂੰ ਜੇਕਰ ਗੱਲ ਕਰੀਏ ਪੋਲੀਓ ਦੀ ਤੇ ਮਤਲਬ ਤੁਹਾਨੂੰ ਵੀ बचपन तो ही पोलियो सी? हाँ जी, हाँ जी। मैं बर्थ की मेरे 11 महीने बाद मुझे पोलियो हो गया था। वो भी डॉक्टर ने गलत इंजेक्शन लगा दिया था मुझको। जो फीवर आया था, फीवर में ही मुझे ना उन्होंने इंजेक्शन लगा दिया, ग्लूकोज चढ़ा दिया, जिसके करके मेरा आधा शरीर डैमेज हो गया। तो उसकी वजह से मेरे बहुत प्रॉब्लम भी आई, मैं खड़े हो चल नहीं पा रही ठीक से। फिर वो घर में मम्मी वगैरह ने जहाँ बताया मालिश वगैरह होती है वहाँ कराई, उससे मैं स्टैंडिंग होकर चलने लगी 10-11 साल बाद। स्टैंडिंग होकर चली, उसके बाद में ही मुझे फिर ये हुआ कि 2017 में मेरा एक्सीडेंट हुआ। वो मैं बैसाखी से चलते हुए ही गिर गई और वो बैसाखी से गिरने की वजह से मेरी बोन की हड्डी टूट गई साइड वाली, और वो हड्डी टूटने की वजह से अभी तक वो जुड़ी नहीं है। मैं व्हीलचेयर पे वापस हूँ। ਮੈਮ, ਇਸਕੇ ਸਾਥ ਹੀ ਇਹਦੇ ਨਾਲ ਹੀ ਦੇਖਿਆ ਜਾਵੇ ਤੇ ਤੁਸੀਂ ਖੇਡਣਾ ਕਦੋਂ ਤੋਂ ਸ਼ੁਰੂ ਕੀਤਾ? ਮਤਲਬ ਤੁਸੀਂ ਕਦੋਂ ਸੋਚਿਆ ਕਿ ਹੁਣ ਮੈਂ ਜਿਹੜਾ ਸਪੋਰਟਸ ਜੁਆਇਨ ਕਰਨਾ ਹੈ ਤੇ ਕਦੋਂ ਤੋਂ ਜਿਹੜਾ ਤੁਸੀਂ ਕਰ ਰਹੇ ਹੋ ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਤੁਸੀਂ ਖੇਡ ਚੁੱਕੇ ਹੋ? ये बचपन से जो हर कोई बच्चा सोचता है कि मैं खेलूं। सारे बच्चे जब लोग खेलते थे, मतलब कि बैडमिंटन खेल रहे हैं या बास्केटबॉल खेल रहे स्कूल टाइम में, तो मैं उनको देखती थी। मैं भी सोचती कि मैं क्यों नहीं खेल पा रही, क्योंकि मैं बैसाखी से बैसाखी से मैं ना भाग सकती थी ना मैं कुछ कर पाती थी। तो बस मैं देख के मतलब मन में अपने मन में रखती थी कि हाँ भाई मैं भी, काश मेरा पैर ठीक होते, मैं ठीक से चल पाती तो मैं भी शायद ये गेम खेल पाती। तो शायद उसी बात को देखते तो कि गॉड ने देखा कि भाई हाँ ये बच्ची तरस रही है, तो इन्होंने मुझे थोड़ा सा एक्सीडेंट दिलवाया कि ये मैं गिरी और गिरने की वजह से मेरे पैर में चोट आई। फिर दोबारा से मैं व्हीलचेयर पे आई। व्हीलचेयर पे आने के बाद मेरे
कम से कम 8-9 महीने में बेड रेस्ट पे रही और मेरा बिल्कुल माइंड डैमेज हो चुका था कि मैं क्या करूँगी। जो बंदा चलने वाला है वो बेड पर आकर लेट गया 8-9 महीने पूरा। तो मेरे फ्रेंड्स थे, उन लोगों ने बोला कि शिबाना तू मतलब नर्वस मत हो और थोड़ा परेशान भी मत हो, तो एक काम कर, तू स्पोर्ट्स में आ जा। तो मैं स्पोर्ट्स शुरू करने लगी, मैंने जेवलिन थ्रो करना शुरू किया। तो आहिस्ता आहिस्ता फिर मैंने, और लोग मुझे मिलते गए तो उन्होंने बोला कि बास्केटबॉल भी व्हीलचेयर पे होता है। तो मुझे लगा कि शायद ये गॉड का इशारा ही था कि उन्होंने मेरी दुआ सुन ली कि मैं थोड़ा थोड़ा करके सब चीज़ में खेलने लगी। तो मैंने फिर पहले तो जेवलिन थ्रो भी नेशनल तक खेला है और फिर मैंने बास्केटबॉल दो बार नेशनल खेल चुकी हूँ। और फिर तीसरी बार में मैंने सुना कि ये होता है, बैडमिंटन भी होता है व्हीलचेयर पर। तो फिर मैंने 2019 में ही पार्टिसिपेट किया था नेशनल के लिए, 3rd नेशनल था उस टाइम वो, और वो हाँ उत्तराखंड में था। उसके बाद में फिर मेरा सिलेक्शन इंटरनेशनल के लिए हुआ, तो वो मैं सितंबर में इंटरनेशनल बैंकॉक खेल के आई थी। ਤੁਸੀਂ ਵੀਲਚੇਅਰ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ, ਕਿਹੜੇ ਸਾਲ ਦੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਟੂਰਨਾਮੈਂਟ ਦੇ ਵਿੱਚ ਵੀ ਜ਼ਰੂਰ ਪਾਰਟਿਸਿਪੇਟ ਕੀਤਾ ਹੋਣਾ? ਹਾਂਜੀ ਮੈਮ, ਮੈਂ 2016 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ। ਹਾਂਜੀ, ਉਸ ਤੋਂ ਬਾਅਦ ਤੁਸੀਂ ਮੈਮ ਤੇ ਤੁਸੀਂ ਕਿਵੇਂ ਮਿਲੇ, ਮਤਲਬ ਇਹ ਕਦੋਂ ਦੀ ਗੱਲ ਹੈ? ਮੈਮ ਐਕਚੁਅਲੀ ਮੇਰਾ ਪਹਿਲੇ ਇੰਟਰਸਟ ਸੀਗਾ ਵੈਸੇ ਬੈਡਮਿੰਟਨ ਵਿੱਚ। ਮੈਂ ਚਾਹੁੰਦਾ ਸੀ ਮੈਂ ਗੇਮ ਵਿੱਚ ਹੀ ਆਵਾਂ, ਤੇ ਮੈਨੂੰ ਇੱਦਾਂ ਨਹੀਂ ਪਤਾ ਸੀਗਾ ਵੀ ਮੇਰੇ ਜਿਹੜੇ ਲਾਈਫ ਪਾਰਟਨਰ ਉਹ ਪਹਿਲੇ ਹੀ ਮਤਲਬ ਕਿ ਇਸ ਗੇਮ ਦੇ ਵਿੱਚ ਆ। ਤੇ 2019 ਸਟਾਰਟਿੰਗ ਮਤਲਬ ਕਿ ਅਕਤੂਬਰ ਦੇ ਵਿੱਚ ਮੈਂ ਇਹਨਾਂ ਨੂੰ ਫਰੈਂਡ ਰਿਕੁਐਸਟ ਸੈਂਡ ਕੀਤੀ ਸੀਗੀ। ਹਾਂਜੀ, ਤੇ ਇਹਨਾਂ ਨੇ 4 ਦਿਨ ਬਾਅਦ ਐਕਸੈਪਟ ਕੀਤੀ ਸੀ ਕਿ ਹਾਂ ਤੁਹਾਡੇ ਵਿਆਹ ਦੇ ਲਈ ਮੰਨ ਗਏ ਸੀ? नहीं, अब फैमिली को बताया नहीं था मैंने उस टाइम। तो एक तो हम लोग की नॉर्मली, अब तक तो मैं जानती नहीं थी कि भाई कौन है कौन नहीं है। मैंने इनकी प्रोफाइल चेक की तो मैंने पहले देखा कि भाई पूरा प्रोफाइल में देखा मैंने क्या है क्या नहीं है, कभी कोई ऐसा ही बंदा कोई फेक ना हो। फिर उन्होंने रिक्वेस्ट भेजी तो मैं नॉर्मली फ्रेंड्स के लिए मैं 4 दिन बाद जैसे बता रहे हैं वो मैंने एक्सेप्ट की थी। पूरी प्रोफाइल देखने के बाद मैंने तब वो रिक्वेस्ट एक्सेप्ट की थी उनकी। तो मैंने इनको यही बोला था कि देखो इन चीज़ों, मैंने इनको मना ही किया था कि अभी चीज़ें नहीं करनी है, क्योंकि स्पोर्ट्स में तुम भी स्पोर्ट्स में हो और मैं भी स्पोर्ट्स में हूँ, तो इससे हमारा गेम्स पे मतलब असर पड़ेगा। तो इसलिए कह रहे नहीं ऐसा कुछ नहीं होगा। फिर उन्होंने बहुत रिक्वेस्ट की तो कह रहे नहीं ऐसा कुछ नहीं होगा, मेरी तरफ से तुम टेंशन ना लो, अपने गेम पे भी हम ध्यान देंगे और रिलेशन पे भी ध्यान देंगे। तो मैंने कहा चलो ठीक है। अब मैंने आहिस्ता आहिस्ता घर में भी बात भी की थी मैंने, तो घर वाले मतलब ऐसे ही मतलब इनका नाम नहीं बताया था मेरे घर में, तो घर वालों ने मना कर दिया था कि नहीं हम लोग नहीं करेंगे, मतलब रिलीजन अलग है, मैं मुस्लिम हूँ ये हिंदू हैं, इस करके तो नहीं घर वाले माने। फिर मुझे लग भी गया था कि शायद वो नहीं मानेंगे। तो मैंने ये सोचा था कि मैं पहले कुछ मुकाम हासिल कर ले हम, कि जिससे कि हम अपने आप खुद फिर जाकर कॉन्फिडेंस होकर शादी करें, तो बाद में फिर फैमिली मान जाएगी, हमको मना लेंगे।